एक्चुअली सरकार वालों प्रपोजल भेजी गई सी कि 30 अप्रैल तक जो रेट है 1925 रुपये होएगा। उस तो बाद 30 अप्रैल तो बाद 1 मई तो लैके 15 मई तक 50 रुपये रेट होर वधेगा तो 15 मई तो लैके अगले दिनों के 50 रुपये होर मतलब जो रेट है कणक दे दिता जाएगा। जेकर इन्हां वल्लों ਇਹ ਕਣਕ ਨਾ ਵੱਢ ਕੇ ਪਹੁੰਚਾਈ ਗਈ ਹੁੰਦੀ ਤਾਂ ਮੇਰੇ ਖਿਆਲ 'ਚ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਵਿੱਚ ਇੱਕ ਹੋਰ ਭੁੱਖਮਰੀ ਸਾਹਮਣੇ ਆ। ਰੇਟ 1925 ਰੁਪਏ ਦੇ ਨਾਲ ਸਾਨੂੰ ਮਿਲ ਰਿਹਾ, ਜਿਹੜਾ ਕਿ ਬਹੁਤ ਹੀ ਘੱਟ ਹੈ। ਇੱਕ ਤਾਂ ਇਸ ਵਾਰ ਜਿਹੜਾ ਕਣਕ ਦਾ ਝਾੜ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਘਟ ਗਿਆ। ਬਹੁਤ ਸਾਰੀਆਂ ਮੁਸ਼ਕਲਾਂ ਦੇ ਦੌਰ ਦੇ ਵਿੱਚ ਅਸੀਂ ਗੁਜ਼ਰੇ ਹਾਂ। ਸਾਨੂੰ ਫਸਲ ਕੱਟਣ ਦੇ ਲਈ ਲੇਬਰ ਨਹੀਂ ਮਿਲੀ ਸੀ। ਸਾਨੂੰ ਚਾਹੀਦਾ ਵੀ ਜਿਹੜੀ ਸਾਡੀਆਂ ਲੇਬਰਾਂ ਅਸੀਂ ਘੁੰਮ ਰਹੇ ਆ ਖੁੱਲੇ, ਸਾਡੇ ਵੀ ਬੀਮੇ ਹੋਣੇ ਚਾਹੀਦੇ। ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ। ਮੇਰਾ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ। ਸੋ ਉਮੀਦ ਕਰਦੇ ਕਿ ਤੁਸੀਂ ਸਾਰੇ ਘਰਾਂ ਵਿੱਚ ਹੋਵੋਗੇ ਤੇ ਸੇਫ ਹੋਵੋਗੇ, ਕਿਉਂਕਿ ਸਟੇ ਹੋਮ ਸਟੇ ਸੇਫ। ਸੋ ਕਰੋਨਾ ਵਾਇਰਸ ਦੀ ਇਸ ਮਹਾਮਾਰੀ ਦੀ ਲੜਾਈ ਦੇ ਵਿੱਚ ਜਿੱਥੇ ਕਿ ਵੱਖ-ਵੱਖ ਪ੍ਰਕਾਰ ਦੇ ਯੋਧੇ ਜਿਹਨੂੰ ਅਸੀਂ ਕਰੋਨਾ ਵਾਰੀਅਰਸ ਦਾ ਨਾਮ ਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ, ਪੁਲਿਸ ਵਿਭਾਗ ਦੇ ਕਰਮਚਾਰੀ ਜਾਂ ਸਿਵਲ ਪ੍ਰਸ਼ਾਸਨ ਦੇ ਕਰਮਚਾਰੀ ਜੋ ਕਿ ਇੱਕ ਯੋਧੇ ਦੀ ਤਰ੍ਹਾਂ ਭੂਮਿਕਾ ਨਿਭਾ ਰਹੇ ਨੇ ਤੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਵੀ ਉਹਨਾਂ ਦੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਹਨਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੇ ਨੇ ਤੇ ਉੱਥੇ ਇੱਕ ਵੱਡਾ ਪੱਖ ਜੋ ਕਿ ਇਸ ਦੇਸ਼ ਦਾ ਅੰਨਦਾਤਾ ਕਹਾਇਆ ਜਾਣ ਵਾਲਾ ਜ਼ਿਮੀਂਦਾਰ, ਉਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸੋ ਕਿਉਂਕਿ ਵੱਖ-ਵੱਖ ਵਰਗਾਂ ਦੇ ਵੱਲੋਂ ਜਿੱਥੇ ਆਪਣੇ ਲਈ ਸਰਕਾਰ ਕੋਲੋਂ ਇੰਸ਼ੋਰੈਂਸ ਦੀ ਮੰਗ ਕੀਤੀ ਜਾ ਰਹੀ ਹੈ, ਆਪਣੇ ਲਈ ਸਾਜ਼ੋ ਸਮਾਨ ਦੀ ਮੰਗ ਕੀਤੀ ਜਾ ਰਹੀ ਹੈ, ਚਾਹੇ ਤਾਂ ਉਹ ਪੁਲਿਸ ਵਿਭਾਗ ਦਾ ਅਧਿਕਾਰੀ ਹੋਵੇ, ਮੁਲਾਜ਼ਮ ਹੋਵੇ, ਚਾਹੇ ਉਹ ਸਿਹਤ ਵਿਭਾਗ ਦਾ ਕੋਈ ਮੁਲਾਜ਼ਮ ਹੋਵੇ, ਚਾਹੇ ਵੱਖ-ਵੱਖ ਪ੍ਰਕਾਰ ਦੀਆਂ ਹੋਰ ਏਜੰਸੀਜ਼ ਹੈ ਜੋ ਕਿ ਆਪਣੇ ਲਈ ਸਰਕਾਰ ਤੋਂ ਪ੍ਰੋਟੈਕਸ਼ਨ ਦੀ ਮੰਗ ਕਰ ਰਹੀਆਂ ਨੇ, ਨਾਲ ਦੀ ਨਾਲ ਬੀਮੇ ਦੀ ਮੰਗ ਕਰ ਰਹੀਆਂ ਨੇ। ਪਰ ਇੱਕ ਵੱਡਾ ਦੁਖਾਂਤ ਹੈ ਕਿ ਉਹ ਵਰਗ, ਕਿਸਾਨ ਵਰਗ ਜੋ ਕਿ ਇੰਨੇ ਔਖੇ ਸਮੇਂ ਦੇ ਵਿੱਚ ਜਿੱਥੇ ਕਿ ਮਜ਼ਦੂਰਾਂ ਦੀ ਵੱਡੀ ਘਾਟ ਹੋ ਗਈ ਸੀ, ਲੇਬਰ ਬਿਲਕੁਲ ਨਹੀਂ ਆਈ, ਆਪਣੇ ਉੱਤੇ ਗੱਲ ਹੈ ਕਿ ਜਿਹਨੇ ਖੁਦ ਆਪਣੀ ਫਸਲ ਨੂੰ ਵੱਢਿਆ, ਸਮੇੜਿਆ ਤੇ ਮੰਡੀਆਂ ਤੱਕ ਪਹੁੰਚਾਇਆ। ਕਿਉਂਕਿ ਅਗਰ ਇਹਨਾਂ ਕਿਸਾਨਾਂ ਦੇ ਵੱਲੋਂ ਅਗਰ ਮੰਡੀਆਂ ਤੱਕ ਇਹ ਫਸਲ ਪਹੁੰਚਾਈ ਗਈ, ਕਣਕ ਪਹੁੰਚਾਈ ਗਈ, ਤਾਂ ਹੀ ਅੱਜ ਜੋ ਕਿ ਦੇਸ਼ ਦੇ ਵਿੱਚ ਅੰਨ ਦਾ ਭਰਪੂਰ ਭੰਡਾਰ ਹੋਏ ਨੇ। ਤੁਸੀਂ ਦੇਖ ਸਕਦੇ ਹੋ ਇਹ ਮੰਡੀਆਂ ਦੇ ਵਿੱਚ ਜੋ ਕਣਕ ਕਿਸਾਨਾਂ ਦੇ ਵੱਲੋਂ ਵੱਢ ਕੇ ਪਹੁੰਚਾਈ ਗਈ ਹੈ। ਕਿਉਂਕਿ ਅਗਰ ਇਹਨਾਂ ਵੱਲੋਂ ਕਣਕ ਵੱਢ ਕੇ ਨਹੀਂ ਪਹੁੰਚਾਈ ਜਾਂਦੀ, ਅੱਜ ਸਰਕਾਰਾਂ ਦੇ ਵੱਲੋਂ ਵੀ ਜੋ ਕਿ ਲੋੜਵੰਦ ਪਰਿਵਾਰਾਂ ਨੂੰ, ਲੋੜਵੰਦ ਵਰਗ ਨੂੰ ਘਰ ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਹਨਾਂ ਨੂੰ ਕਣਕ ਭੇਜੀ ਜਾ ਰਹੀ ਹੈ। ਜੇਕਰ ਇਹਨਾਂ ਵੱਲੋਂ ਇਹ ਕਣਕ ਨਾ ਵੱਢ ਕੇ ਪਹੁੰਚਾਈ ਗਈ ਹੁੰਦੀ ਤਾਂ ਮੇਰੇ ਖਿਆਲ 'ਚ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਵਿੱਚ ਇੱਕ ਹੋਰ ਭੁੱਖਮਰੀ ਸਾਹਮਣੇ ਆ ਜਾਵੇਗੀ ਜੀ। ਸੋ ਇੱਕ ਵੱਡਾ ਜੋ ਕਿ ਸਵਾਲ ਖੜਾ ਹੁੰਦਾ ਕਿ ਆਖਰ ਸਰਕਾਰਾਂ ਦੇ ਵੱਲੋਂ ਜਾਂ ਲੋਕਾਂ ਦੇ ਵੱਲੋਂ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਉਹਨਾਂ ਨੂੰ, ਕਿਉਂਕਿ ਉਹ ਅਜਿਹਾ ਵਰਗ ਹੈ, ਉਹਨਾਂ ਨੇ ਨਾ ਤਾਂ ਆਪਣੇ ਲਈ ਕੋਈ ਇੰਸ਼ੋਰੈਂਸ ਦੀ ਮੰਗ ਕੀਤੀ ਹੈ, ਨਾ ਹੀ ਸਰਕਾਰ ਕੋਲੋਂ ਕਿਸੇ ਪ੍ਰਕਾਰ ਦੀ ਵਿਵਸਥਾ ਦੀ ਮੰਗ ਕੀਤੀ ਹੈ। ਮੰਡੀਆਂ ਦੇ ਵਿੱਚ ਆਉਂਦੇ ਨੇ, ਕਿਸੇ ਵੀ ਤਰੀਕੇ ਦਾ ਪ੍ਰਬੰਧ ਆਪਣੇ ਉੱਤੇ ਲੈ ਕੇ, ਆਪਣੇ ਖਰਚੇ ਦੇ ਉੱਤੇ ਪਹੁੰਚ ਕੇ ਆਪਣੀ ਫਸਲ ਦੇ ਉੱਤੇ ਸੁੱਟਦੇ ਨੇ। ਤੇ ਨਾਲ ਹੀ ਦੂਜਾ ਪੱਖ ਗੱਲ ਕਰਾਂਗੇ ਅਸੀਂ ਇਸ ਸਮੇਂ ਮੌਜੂਦ ਹੈ ਦਾਣਾ ਮੰਡੀ ਤਖਤਗੜ੍ਹ ਵਿਖੇ, ਜਿੱਥੇ ਇਹ ਲੇਬਰ ਲੱਗੀ ਹੋਈ ਹੈ, ਆੜਤੀ, ਇਹ ਵੀ ਕਰੋਨਾ ਮਹਾਮਾਰੀ ਦੇ ਵੱਡੇ ਯੋਧੇ ਨੇ ਜੋ ਕਿ ਇਸ ਵੇਲੇ ਇਹਨੇ ਔਖੇ ਹਾਲਾਤਾਂ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੇ ਕੰਮ ਕਰ ਰਹੇ ਨੇ। ਇਹ ਸਾਡੀਆਂ ਕਿਸਾਨਾਂ ਦੀਆਂ ਫਸਲਾਂ ਨੂੰ ਸਮੇਟ ਰਹੇ ਨੇ, ਉਹਨਾਂ ਦੀਆਂ ਫਸਲਾਂ ਨੂੰ ਸਹੀ ਤਰੀਕੇ ਨਾਲ ਜੋ ਕਿ ਅੱਗੇ ਲਿਫਟਿੰਗ ਕਰਵਾ ਰਹੇ ਨੇ। ਸੋ ਇਹਨਾਂ ਦਾ ਇੱਕ ਵੱਡਾ ਯੋਗਦਾਨ ਹੈ ਇਸ ਲੜਾਈ ਦੇ ਵਿੱਚ। ਪਰ ਅਸੀਂ ਸਲੂਟ ਕਰਦੇ ਆਪਣੇ ਚੈਨਲ ਦੇ ਰਾਹੀਂ ਇਹਨਾਂ ਨੂੰ, ਇਹਨਾਂ ਕਰੋਨਾ ਵਾਰੀਅਰਸ ਨੂੰ, ਜੋ ਕਿ ਕਿਸਾਨ ਦੀ ਗੱਲ ਕਰੀਏ, ਇਹਨਾਂ ਆੜਤੀਆਂ ਦੀ ਜਾਂ ਗੱਲ ਕਰੀਏ, ਜਾਂ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਅਸੀਂ ਸਲੂਟ ਕਰਦੇ ਨੇ, ਕਿਉਂਕਿ ਉਹਨਾਂ ਨੇ ਇਸ ਕਰੋਨਾ ਵਾਇਰਸ ਦੀ ਲੜਾਈ ਵਿੱਚ ਬੜੀ ਮੋਹਰੀ ਭੂਮਿਕਾ ਨਿਭਾਈ ਹੈ। ਪਰ ਉਹਨਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਜਾਣਾ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਸੋ ਆਓ ਅਸੀਂ ਇਸ ਸੰਬੰਧੀ ਗੱਲ ਵੀ ਕਰਾਂਗੇ ਕਿਸਾਨਾਂ ਦੇ ਨਾਲ, ਕੁਝ ਮਜ਼ਦੂਰ ਵਰਗ ਦੇ ਨਾਲ ਜਾਂ ਆੜਤੀਆਂ ਦੇ ਨਾਲ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜਸਵੀਰ ਸਿੰਘ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਇਸ ਲੜਾਈ ਦੇ ਵਿੱਚ ਜਿੱਥੇ ਕਿ ਸਰਕਾਰਾਂ ਵੱਲੋਂ ਹਰ ਵਰਗ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਚਾਹੇ ਤਾਂ ਉਹ ਡਾਕਟਰ ਹੈ, ਚਾਹੇ ਪੁਲਿਸ ਵਿਭਾਗ ਦੇ ਕਰਮਚਾਰੀ ਹੈ, ਕਿ ਤੁਹਾਨੂੰ ਸਰਕਾਰ ਵੱਲੋਂ ਕਿਤੇ ਅਣਗੌਲਿਆ ਕੀਤਾ ਗਿਆ, ਤੁਹਾਨੂੰ ਕੋਈ ਸਹੂਲਤ ਮੁਹੱਈਆ ਕਰਵਾਈ ਜਾਂ ਨਹੀਂ? ਹਾਂਜੀ ਬਿਲਕੁਲ ਸਾਨੂੰ ਅਣਗੌਲਿਆ ਕੀਤਾ ਗਿਆ ਜੀ। ਸਾਨੂੰ ਜੋ ਵੀ ਹੈ ਉਹ ਆੜਤੀ ਦੇ ਰਹੇ, ਸਰਕਾਰ ਵੱਲੋਂ ਤਾਂ ਸਾਡਾ ਨਾ ਕੋਈ ਬੀਮਾ ਕੀਤਾ ਗਿਆ, ਨਾ ਜੇ ਬਿਮਾਰੀ ਤੋਂ, ਨਾ ਤਾਂ ਕੋਈ ਸੈਨੀਟਾਈਜ਼ਰ ਹੈ, ਸਾਨੂੰ ਕੋਈ ਵੀ ਸਹੂਲਤ ਹੈ ਨਹੀਂ ਮੰਡੀ 'ਚ। ਅਸੀਂ ਸਰ 15 ਤਰੀਕ ਦੇ ਕਰਦੇ ਆ ਜੀ। ਸੋ ਇਹ ਕਰੋਨਾ ਦੀ ਇੱਕ ਲੜਾਈ ਚੱਲ ਰਹੀ ਹੈ, ਸਰਕਾਰ ਦੇ ਵੱਲੋਂ ਹਰ ਵਰਗ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ। ਤੁਸੀਂ ਇੱਥੇ ਮੰਡੀ ਵਿੱਚ ਕੰਮ ਕਰ ਰਹੇ ਹੋ, ਕਿਆ ਸਰਕਾਰ ਵੱਲੋਂ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਮੁਹੱਈਆ ਕਰਵਾਈ ਗਈ ਆਪਣੇ ਵੱਲੋਂ? ਨਹੀਂ ਸਰ, ਕੋਈ ਨਹੀਂ ਸਹੂਲਤ। ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਆਖਰ ਸਰਕਾਰ ਵੱਲੋਂ ਤੁਹਾਨੂੰ ਅਣਗੌਲਿਆ ਕੀਤੀ ਜਾ ਰਹੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਆਪਣੀ ਸਰਕਾਰ ਨੂੰ ਇਹ ਕਹਿੰਦੇ ਹਾਂ ਵੀ ਦੇਖੋ, ਜਿਹੜੇ ਮਜ਼ਦੂਰ ਜਾਂ ਕਿਸਾਨ ਭਾਈ ਜਾਂ ਆੜਤੀ ਇਸ ਮੰਡੀਆਂ ਦੇ ਵਿੱਚ ਕੰਮ ਕਰ ਰਹੇ ਆ, ਜੋ ਇਹ ਰਿਸਕ ਲੈ ਕੇ ਕਰਦੇ ਆ, ਉਹਨਾਂ ਦੇ ਬਾਰੇ ਵੀ ਸੋਚੋ, ਉਹਨਾਂ ਦਾ ਬੀਮਾ ਕਰਾਓ। ਠੀਕ ਨਹੀਂ, ਇਹ ਬਹੁਤ ਬੜਾ ਰਿਸਕ ਹੈ ਸਰ। ਠੀਕ ਹੈ ਜੀ।
ਸੋ ਤੁਸੀਂ ਮਜ਼ਦੂਰ ਵਰਗ ਦਾ ਪੱਖ ਸੁਣਿਆ ਤੇ ਨਾਲ ਦੀ ਨਾਲ ਜੋ ਕਿ ਮੰਡੀਆਂ ਵਿੱਚ ਕੰਮ ਕਰਨ ਵਾਲੇ ਹੋਰ ਮਜ਼ਦੂਰਾਂ ਦੀ ਗੱਲਬਾਤ ਕੀਤੀ। ਆਓ ਹੁਣ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਮੌਜੂਦ ਜੋ ਕਿ ਆੜ੍ਹਤੀਆਂ ਦੇ ਨਾਲ ਕਿ ਉਹਨਾਂ ਨੂੰ ਸਰਕਾਰ ਵੱਲੋਂ ਕਿਹੋ ਜਿਹੇ ਪ੍ਰਬੰਧ ਮੁਹੱਈਆ ਕਰਵਾਏ ਜਾ ਰਹੇ ਨੇ ਇੱਥੇ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਕ੍ਰਿਸ਼ਨਕਾਂਤ ਪਲਾਟੀਆ ਜੀ। ਸੋ ਜਿੱਥੇ ਕਿ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਦੀ ਇੱਕ ਵੱਡੀ ਲੜਾਈ ਪੂਰਾ ਦੇਸ਼ ਲੜ ਰਿਹਾ ਹੈ ਤੇ ਹਰ ਵਰਗ ਨੂੰ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਅਸੀਂ ਗੱਲ ਕਰੀਏ ਡਾਕਟਰ ਨੂੰ ਮਾਸਕ ਵਗੈਰਾ ਗਲਵਜ਼ ਵਗੈਰਾ ਦਿੱਤੇ ਜਾ ਰਹੇ ਨੇ ਜਾਂ ਹੋਰ ਵੱਖ ਪ੍ਰਕਾਰ ਦੀਆਂ ਸਹੂਲਤਾਂ ਹਰ ਵਰਗ ਨੂੰ ਦਿੱਤੀ ਜਾ ਰਹੀ। ਤੁਹਾਨੂੰ ਸਰਕਾਰ ਵੱਲੋਂ ਕਿਹੋ ਜਿਹੇ ਪ੍ਰਬੰਧ ਦਿੱਤੇ ਗਏ ਨੇ? ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਚਾਹੀਦਾ ਵੀ ਜਿਹੜੀ ਸਾਡੀਆਂ ਲੇਬਰਾਂ ਅਸੀਂ ਘੁੰਮ ਰਹੇ ਆ ਖੁੱਲੇ, ਸਾਡੇ ਵੀ ਬੀਮੇ ਹੋਣੇ ਚਾਹੀਦੇ। ਅਸੀਂ ਵੀ ਮਤਲਬ ਰਿਸਕ ਲੈ ਕੇ ਮੰਡੀਆਂ 'ਚ ਘੁੰਮਿਆ ਕਰਦੇ। ਠੀਕ ਹੈ। ਸਾਨੂੰ ਕੋਈ ਮਤਲਬ ਇਹਦਾ ਹਜੇ ਕੋਈ ਬੈਨੀਫਿਟ ਨਹੀਂ ਮਿਲਿਆ, ਇਸ ਲਈ ਸਾਨੂੰ ਵੀ ਕੁਝ ਨਾ ਕੁਝ ਸਾਡਾ ਵੀ ਸਰਕਾਰ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਵੀ ਜਿਹੜੇ ਆੜ੍ਹਤੀ ਇਹਨਾਂ ਨਾਲ ਵੀ ਕੁਝ ਸੋਚਿਆ ਜਾਵੇ। ਸੋ ਕਿਸਾਨਾਂ ਦੀ ਗੱਲ ਕਰਨ ਦਾ ਮੈਂ ਕਿ ਤੁਸੀਂ ਕਿਸਾਨਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਇੰਨੇ ਔਖੇ ਸਮੇਂ 'ਚ ਉਹ ਆਪਣੀਆਂ ਫਸਲਾਂ ਵੀ ਵੱਢ ਕੇ ਲੈ ਕੇ ਆਏ ਹੈ, ਤੁਸੀਂ ਉਹਨਾਂ ਬਾਰੇ ਕਿਸ ਦੇਖਦੇ ਹੋ? ਗੱਲ ਇਹ ਹੈ ਜੀ, ਕਿਸਾਨ ਤਾਂ ਮਾਰ ਰਹੇ ਲੈ ਕੇ ਫਸਲਾਂ, ਉਹ ਵੀ ਰਿਸਕ ਲੈ ਰਹੇ ਹੈ। ਇੱਕ ਤਾਂ ਉਹਨਾਂ ਦੀ ਫਸਲ ਦੇ ਐਤਕੀ ਝਾੜ ਘੱਟ ਹੈ, ਉਹਨਾਂ ਨੂੰ ਕੋਈ ਬੋਨਸ ਨਹੀਂ ਮਿਲਿਆ। ਜਿਹੜੇ ਕਹਿੰਦੇ ਵੀ ਲੇਟ ਆਵੇਗਾ ਬੋਨਸ ਮਿਲੂਗਾ, ਕੋਈ ਬੋਨਸ ਨਹੀਂ ਮਿਲ ਰਿਹਾ। ਤੇ ਕਿਸਾਨਾਂ ਦੇ ਝਾੜ ਵੀ ਬਹੁਤ ਘੱਟ ਹੋਣ ਕਰਕੇ ਕਿਸਾਨ ਵੀ ਬੜੇ ਪਰੇਸ਼ਾਨ ਨੇ। ਸਿਰਫ ਲੇਬਰ ਦਾ ਹੀ ਪੈਸੇ ਪੂਰੇ ਹੋ ਰਹੇ ਆ, ਕੋਈ ਉਹਨਾਂ ਨੂੰ ਪੈਸਾ ਬਚ ਨਹੀਂ ਰਿਹਾ। ਬਸ ਲੇਬਰ ਜੋਗਾ ਹੀ ਕੰਮ ਹੈ ਕਿ ਝਾੜ ਵਾਲਾ। ਤੁਹਾਨੂੰ ਕੀ ਲੱਗਦਾ ਹੈ ਇਸ ਪਿੱਛੇ ਕਿਸ ਦੀ ਵੱਡੀ ਕਮਜ਼ੋਰੀ ਉੱਭਰ ਕੇ ਆ ਰਹੀ ਹੈ? ਵੱਡੀ ਕਮਜ਼ੋਰੀ ਤਾਂ ਹੁਣ ਸਰਕਾਰ ਦੀ ਹੈ, ਇਹਨੂੰ ਰੇਟ ਘੱਟ ਹੈ, ਰੇਟ ਵਧਣਾ ਚਾਹੀਦਾ ਕਣਕ ਦਾ। ਹੁਣ ਅਸੀਂ ਗੱਲਬਾਤ ਕਰਦੇ ਹਾਂ ਕਿਸਾਨ ਵੀਰਾਂ ਦੇ ਨਾਲ ਕਿ ਉਹਨਾਂ ਦਾ ਇਸ ਬਾਰੇ ਕੀ ਮੰਨਣਾ ਹੈ। ਕੀ ਨਾਂ ਜੀ ਤੁਹਾਡਾ? ਕਰਮਜੀਤ ਸਿੰਘ ਬੈਂਸ ਹੈ ਜੀ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਔਖੇ ਸਮੇਂ ਦੇ ਵਿੱਚ? ਤੁਸੀਂ ਆਪਣੀਆਂ ਫਸਲਾਂ ਵੀ ਵੱਡੀਆਂ ਨਿਬੇੜੀਆਂ ਤੇ ਇੱਥੇ ਲੈ ਕੇ ਆਏ ਹੈ, ਸਰਕਾਰਾਂ ਵੱਲੋਂ ਕਿੱਦਾਂ ਦੇ ਪ੍ਰਬੰਧ ਤੁਹਾਡੇ ਲਈ ਕੀਤੇ ਗਏ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਇਸ ਮਹਾਮਾਰੀ ਦੇ ਦੌਰ ਦੇ ਵਿੱਚ ਇੱਕ ਕਿਸਾਨ ਇੱਕ ਉਸ ਮਝਧਾਰ ਦੇ ਵਿੱਚ ਫਸਿਆ ਹੋਇਆ ਹੈ ਜਿਹੜੀ 6 ਮਹੀਨੇ ਤੋਂ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਅੱਜ ਮੰਡੀ ਦੇ ਵਿੱਚ ਲੈ ਕੇ ਆਏ ਹੋਏ ਆ। ਉਹਦੇ ਵਿੱਚ ਜਿਵੇਂ ਕਿ ਸਰਕਾਰ ਵੱਲੋਂ ਪ੍ਰਪੋਜ਼ਲ ਦਿੱਤੀ ਗਈ ਸੀਗੀ ਕਿ ਡੇ ਬਾਈ ਡੇ 30 ਅਪ੍ਰੈਲ ਤੱਕ ਜਿਹੜਾ ਫਸਲ ਦਾ ਰੇਟ ਆ 1925 ਹੋਏਗਾ, ਉਹ ਤੋਂ ਬਾਅਦ 100 ਰੁਪਏ ਵਧਾਇਆ ਜਾਵੇਗਾ। ਬਟ ਇਹੋ ਜਿਹਾ ਨਹੀਂ ਮਿਲਿਆ ਜਿਹਦੇ ਨਾਲ ਸਾਨੂੰ ਰੇਟ ਜਿਹੜਾ ਹੈਗਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਅਸੀਂ ਦੇਖਦੇ ਹਾਂ। ਅਸੀਂ ਤਾਂ ਸ਼ਾਇਦ ਸ਼ੁਕਰਗੁਜ਼ਾਰ ਹਾਂ ਵੀ ਅਸੀਂ ਬਚ ਗਏ। ਬਾਕੀ ਜ਼ਿਲ੍ਹਿਆਂ ਦੇ ਵਿੱਚ ਰੇਟ ਦੇ ਕੱਟ ਲਾਉਣ ਵਾਲੀ ਵੀ ਅਸੀਂ ਸੁਣ ਰਹੇ ਹਾਂ ਪੇਪਰ ਦੇ ਵਿੱਚ, ਤੇ ਸਾਡੇ ਇੱਥੇ ਕੱਟ ਵਾਲਾ ਤਾਂ ਨਹੀਂ ਹੈਗਾ, ਪਰ ਜਿਹੜਾ ਰੇਟ ਆ 1925 ਰੁਪਏ ਦੇ ਨਾਲ ਸਾਨੂੰ ਮਿਲ ਰਿਹਾ, ਜਿਹੜਾ ਕਿ ਬਹੁਤ ਹੀ ਘੱਟ ਹੈ। ਇੱਕ ਤਾਂ ਇਸ ਵਾਰ ਜਿਹੜਾ ਕਣਕ ਦਾ ਝਾੜ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਘਟ ਗਿਆ। ਬਹੁਤ ਸਾਰੀਆਂ ਮੁਸ਼ਕਲਾਂ ਦੇ ਦੌਰ ਦੇ ਵਿੱਚ ਅਸੀਂ ਗੁਜ਼ਰੇ ਹਾਂ। ਸਾਨੂੰ ਫਸਲ ਕੱਟਣ ਦੇ ਲਈ ਲੇਬਰ ਨਹੀਂ ਮਿਲੀ ਸੀਗੀ। ਬੜੀ ਜੱਦੋ ਜਹਿਦ ਦੇ ਨਾਲ ਅਸੀਂ ਆਪਦੀ ਜਿਹੜੀ ਫਸਲ ਹੈ ਉਹ ਕਿੰਟੀ ਹੈਗੀ ਹੈ, ਤੇ ਕਿੰਟਣ ਤੋਂ ਬਾਅਦ ਜਦੋਂ ਫਸਲ ਦਾ ਜਿਹੜਾ ਝਾੜ ਹੈ ਪਿਛਲੇ ਸਾਲਾਂ ਦੇ ਔਸਤਨ ਮੁਕਾਬਲੇ ਬਹੁਤ ਜ਼ਿਆਦਾ ਇਸ ਵਾਰ ਜਿਹੜਾ ਘੱਟ ਹੋਇਆ। ਜਿਹੜੇ ਸਾਡੇ ਆਪਦੇ ਫਸਲ ਦੇ ਕੀਤੇ ਹੋਏ ਜਿਹੜੇ ਖਰਚੇ ਆ, ਸਾਡੇ ਖਰਚੇ ਵੀ ਪੂਰੇ ਨਹੀਂ ਹੋਣੇ, ਤੇ ਪੂਰੇ ਸਾਲ ਦਾ ਜਿਹੜਾ ਸਾਡਾ ਬਜਟ ਆ, ਬਜਟ ਦਾ ਤਵਾਜ਼ਨ ਜਿਹੜਾ ਵਿਗੜ ਗਿਆ ਹੈ। ਇਹਦੇ ਵਿੱਚ ਸਾਡੀ ਸਰਕਾਰ ਵੱਲੋਂ ਬਹੁਤ ਹੀ ਜ਼ੋਰਦਾਰ ਮੰਗ ਆ ਕਿ ਸਾਨੂੰ ਇਸ ਫਸਲ ਦੇ ਉੱਤੇ ਮੁਆਵਜ਼ਾ ਮਿਲਣਾ ਚਾਹੀਦਾ, ਕਿਉਂਕਿ ਬਾਰਿਸ਼ਾਂ ਬੇਮੌਸਮੀ ਬਾਰਿਸ਼ਾਂ ਹੋਣ ਦੇ ਕਾਰਨ ਜਿਹੜੀ ਸਾਡਾ ਫਸਲ ਦਾ ਜਿਹੜਾ ਬੂਰ ਝੜ ਗਿਆ ਸੀਗਾ, ਉਹਦੇ ਕਰਕੇ ਸਾਡਾ ਜਿਹੜਾ ਫਸਲ ਦਾ ਝਾੜ ਘਟਿਆ। ਸਰਕਾਰ ਅੱਗੇ ਸਾਡੇ ਕਿਸਾਨਾਂ ਦੀ ਇੱਕੋ ਇੱਕ ਮੰਗ ਹੈ ਕਿ ਸਾਡੀ ਫਸਲ ਦੇ ਉੱਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਫੀ ਕੁਇੰਟਲ 100 ਰੁਪਏ ਜਾਂ 150 ਰੁਪਏ ਫੀ ਕੁਇੰਟਲ ਜਿਹੜਾ ਹੈਗਾ ਸਾਨੂੰ ਫਸਲ ਦੇ ਉੱਤੇ ਮਿਲਣਾ ਚਾਹੀਦਾ, ਤਾਂ ਜੋ ਜਿਹੜੀ ਕਿਸਾਨੀ ਹੈ ਇਸ ਦੌਰ ਦੇ ਵਿੱਚੋਂ ਲੰਘ ਰਹੀ ਹੈ, ਉਹਦਾ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਔਰ ਵਧੀਆ ਨਿਕਲੇ। ਔਰ ਜਿਹੜਾ ਜੇ ਕਿਸਾਨ ਖੁਸ਼ਹਾਲ ਹੋਊਗਾ ਤਾਂ ਹੀ ਸਾਡੇ ਦੇਸ਼ ਦਾ ਜਿਹੜਾ ਸਾਰੇ ਵਰਗ ਆ ਉਹ ਖੁਸ਼ਹਾਲ ਹੋਣਗੇ, ਚਾਹੇ ਉਹ ਵਪਾਰੀ ਵਰਗ ਹੈ, ਚਾਹੇ ਮਜ਼ਦੂਰ ਵਰਗ ਹੈ, ਚਾਹੇ ਕੋਈ ਵੀ ਵਰਗ ਹੈਗਾ। ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ। ਇੱਕ ਸਰਕਾਰ ਵੱਲੋਂ ਗੱਲ ਕੀਤੀ ਗਈ ਸੀ ਕਿਸਾਨਾਂ ਨੂੰ ਪਰ ਕੁਇੰਟਲ ਦੇ ਉੱਪਰ 100 ਰੁਪਏ ਬੋਨਸ ਦੇਣ ਦੀ, ਕੀ ਤੁਹਾਨੂੰ ਉਹ ਬੋਨਸ ਮਿਲੇਗਾ ਨਹੀਂ ਜੀ? ਨਹੀਂ ਮਿਲ ਰਿਹਾ ਜੀ। ਐਕਚੁਅਲੀ ਸਰਕਾਰ ਵੱਲੋਂ ਪ੍ਰਪੋਜ਼ਲ ਭੇਜੀ ਗਈ ਸੀਗੀ ਕਿ 30 ਅਪ੍ਰੈਲ ਤੱਕ ਜਿਹੜਾ ਰੇਟ ਹੈਗਾ 1925 ਰੁਪਏ ਹੋਏਗਾ। ਉਸ ਤੋਂ ਬਾਅਦ 30 ਅਪ੍ਰੈਲ ਤੋਂ ਬਾਅਦ 1 ਮਈ ਤੋਂ ਲੈ ਕੇ 15 ਮਈ ਤੱਕ 50 ਰੁਪਏ ਰੇਟ ਹੋਰ ਵਧੇਗਾ, ਤੇ 15 ਮਈ ਤੋਂ ਲੈ ਕੇ ਅਗਲੇ ਦਿਨਾਂ ਦੇ ਵਿੱਚ 50 ਰੁਪਏ ਹੋਰ ਮਤਲਬ ਜਿਹੜਾ ਰੇਟ ਹੈਗਾ ਕਣਕ ਦੇ ਉੱਤੇ ਦਿੱਤਾ ਜਾਵੇਗਾ। ਪਰ ਇਸ ਤੋਂ ਉਲਟ ਹੋ ਰਿਹਾ ਕਿ ਜਿਹੜਾ ਸਾਡਾ ਜ਼ਿਲ੍ਹਾ, ਜਿਵੇਂ ਮੈਂ ਗੱਲ ਕੀਤੀ ਹੈ ਕਿ ਅਸੀਂ ਬਚ ਗਏ ਹਾਂ, ਬਾਕੀ ਜ਼ਿਲ੍ਹਿਆਂ ਦੇ ਵਿੱਚ ਰੇਟ ਤੇ ਕੱਟ ਲਾਉਣ ਵਾਲੀ ਗੱਲ ਕੀਤੀ ਗਈ ਹੈ। ਫਿਲਹਾਲ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡਾ ਇੱਥੇ ਕੱਟ ਨਹੀਂ ਲਾਏਗਾ, ਪਰ ਸਾਨੂੰ ਰੇਟ 1925 ਰੁਪਏ ਫੀ ਕੁਇੰਟਲ ਦੇ ਨਾਲ ਹੀ ਮਿਲ ਰਿਹਾ। ਔਰ ਸਾਡੀ ਬਹੁਤ ਹੀ ਵੱਡੀ ਮੰਗ ਹੈ ਕਿ ਸਾਨੂੰ ਜਿਹੜੇ ਫਸਲ ਦੇ ਉੱਤੇ ਮੁਆਵਜ਼ਾ ਮਿਲਣਾ ਚਾਹੀਦਾ, ਉਹ ਸਾਨੂੰ 150 ਰੁਪਇਆ ਜਾਂ 200 ਰੁਪਇਆ ਜਿਹੜਾ ਹੈਗਾ ਫੀ ਕੁਇੰਟਲ ਜਿਹੜਾ ਹੈਗਾ ਬੋਨਸ ਦੇ ਤੌਰ ਤੇ ਸਰਕਾਰ ਅਨਾਉਂਸ ਕਰੇ, ਔਰ ਅਨਾਉਂਸ ਹੀ ਨਾ ਹੋਵੇ, ਔਰ ਸਾਨੂੰ ਮਿਲਣਾ ਚਾਹੀਦਾ ਉਹ। ਸੋ ਤੁਸੀਂ ਸੁਣਿਆ ਹੈ, ਇਸੇ ਸਨ ਸਾਡਾ ਕਿਸਾਨ ਵੀਰ ਜਿਨ੍ਹਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਇਸ ਔਖੇ ਦੌਰ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੀ ਫਸਲ ਵੱਢੀ ਹੈ, ਵੱਢ ਕੇ ਮੰਡੀਆਂ ਵਿੱਚ ਲੈ ਕੇ ਆਏ, ਤੇ ਸਰਕਾਰ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਜੋ ਕਿ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ। ਚਾਹੇ ਉਹ ਬੋਨਸ ਦੇਣ ਦੀ ਗੱਲ ਕੀਤੀ ਜਾਵੇ, ਚਾਹੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾਵੇ, ਚਾਹੇ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਬੀਮਾ ਕਰਵਾਉਣ ਦੀ ਗੱਲ ਕੀਤੀ ਜਾਵੇ। ਸੋ ਆਓ, ਸਾਡਾ ਵੀ ਫਰਜ਼ ਬਣਦਾ ਹੈ ਕਿ ਜਿੱਥੇ ਕਿ ਹੋਰ ਕਰੋਨਾ ਵਾਰੀਅਰਸ ਦਾ ਅਸੀਂ ਭਰਪੂਰ ਸਨਮਾਨ ਕਰਦੇ ਨੇ, ਉਹਨਾਂ ਦੀ ਵੱਡੀ ਸ਼ਲਾਘਾ ਕੀਤੀ ਜਾਂਦੀ, ਸਾਨੂੰ ਇਕਜੁੱਟ ਹੋ ਕੇ
ਇਹਨਾਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਦੇਸ਼ ਖੁਸ਼ਹਾਲ ਹੋਵੇਗਾ। ਮੇਰਾ ਪੰਜਾਬ ਨਿਊਜ਼ ਤੋਂ ਕੈਮਰਾਮੈਨ ਮਨੋਜ ਤਿਮਾਨ ਦੇ ਨਾਲ ਦਿਨੇਸ਼ ਸ਼ੈਲਨ, ਨੂਰਪੁਰ ਬੇਦੀ।